पंजाब टीवी देख रहे सारे ही दर्शकों को शरणजीत सिंह घुमण वालों प्यार भरी सत श्री अकाल जी। मोरगेज मैटर्स प्रोग्राम में आप सब का निघा स्वागत। तो साडा ये प्रोग्राम जो है हमेशा की तरह स्पॉन्सर्ड बाय सेंटम मोरगेज स्मार्ट इंक। तो साडे स्टूडियो दे विच रणजीत ढिल्लों जी पहुंचे हुए हैं। खास तौर पर तुहानूं घर बैठे बिठाए एजुकेट करते हैं कि मोरगेज लैण वेले किहड़ियां गल्लां दा ख्याल रखना चाहिए है, फाइनैंस बारे तुहानूं कुछ ना कुछ टिप्स इत्थे दे के जांदे ने। सो असीं जरूर चाहांगे कि तुसीं इस प्रोग्राम नूं बड़े ही ध्यान दे नाल देखना ते सुनना है। हो सकता है तुहाडा कोई सवाल होवे तो असीं जरूर चाहांगे कि तुसीं इन्हां नूं कॉल करो। सलाह मशवरा बिल्कुल फ्री है। अगर तुहाडा कोई सवाल है तो तुसीं मैनूं भी लेटर ऑन कॉल कर सकते हो, उसका जवाब ਅਸੀਂ ऑन दी एयर अगले हफ्ते वाले प्रोग्राम ਵਿੱਚ ਵੀ ਦੇ ਸਕਦੇ ਹਾਂ। ਸੋ ਆਓ ਇਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਸਾਹਿਬ ਆਪ ਜੀ ਦਾ ਸਵਾਗਤ ਹੈ ਜੀ। ਧੰਨਵਾਦ ਸ਼ਰਨਜੀਤ ਸਾਰੇ ਵਿਊਅਰਸ ਦਾ ਰੂਬਰੂ ਕਰਨ ਦਾ। ਜਿਸ ਤਰ੍ਹਾਂ ਆਪਾਂ ਮੋਰਗੇਜ ਦੀ ਗੱਲ ਸਭ ਤੋਂ ਪਹਿਲਾਂ ਕੀਤੀ ਸੀ ਤੇ ਉਸ ਦਾ ਹੀ ਥੋੜਾ ਜਿਹਾ ਸਵਾਲ ਮੈਂ ਤੁਹਾਡੇ ਅੱਗੇ ਰੱਖਣ ਲੱਗਾ ਕਿ ਕਈ ਵਾਰੀ ਕੀ ਹੁੰਦਾ ਕਿ ਕਲਾਇੰਟ ਅਸੀਂ ਮਤਲਬ ਜਿਹਨੇ ਮੋਰਗੇਜ ਲੈਣਾ ਹੁੰਦਾ ਉਹ ਇੱਕ ਬੈਂਕ ਕੋਲ, ਦੂਜੀ ਬੈਂਕ ਕੋਲ, ਤੀਜੀ ਬੈਂਕ ਕੋਈ ਫਿਰ ਦੋ ਤਿੰਨਾਂ ਬੈਂਕਾਂ ਕੋਲ ਸੇਮ ਟਾਈਮ ਚਲਿਆ ਜਾਂਦਾ ਐਂਡ ਅਪਲਾਈ ਕਰ ਦਿੰਦਾ। ਕੀ ਇਸ ਦਾ ਕੋਈ ਬੈਕਡਰਾ ਹੈ ਜਾਂ ਇਸ ਦੇ ਕੋਈ ਫਾਇਦੇ ਹਨ, ਨੁਕਸਾਨ ਹਨ, ਕਰਨਾ ਚਾਹੀਦਾ ਹੈ, ਨਹੀਂ ਕਰਨਾ ਚਾਹੀਦਾ? ਸੋ ਮੈਨੀ ਕੁਐਸਚਨਸ। ਵੇਖੋ ਪਹਿਲਾਂ ਤਾਂ ਕਿਉਂ ਕਰਦਾ ਕਲਾਇੰਟ, ਇਹਦਾ ਰੀਜ਼ਨ ਇਹ ਹੈ ਵੀ ਜਦੋਂ ਆਪਾਂ ਵੇਖੀਏ ਕਲਾਇੰਟਸ ਕਰਨਾ ਚਾਹੁੰਦੇ ਆ ਕਿਉਂਕਿ ਉਹ ਚਾਹੁੰਦੇ ਮੈਂ ਸਾਰੇ ਪਾਸੇ ਟਰਾਈ ਕਰਾਂ ਤਾਂ ਕਿ ਮੈਨੂੰ ਜਿੱਥੋਂ ਵੀ ਬੈਸਟ ਰੇਟ ਮਿਲ ਰਿਹਾ, ਬੈਸਟ ਡੀਲ ਮਿਲ ਰਹੀ ਹੈ, ਸ਼ਾਪਿੰਗ ਫॉर द रेट, ਹਾਂ ਸ਼ਾਪ ਅਰਾਊਂਡ ਕਰਨਾ ਚਾਹੁੰਦੇ ਆ ਵਿਚ ਇਜ਼ ਰਾਈਟ ਐਕਚੁਅਲੀ। ਪਰ ਹੁਣ ਉਹਦੇ ਸ਼ਾਪ ਅਰਾਊਂਡ ਕਰਨ ਲਈ ਇੱਕ ਜ਼ਰੀਏ ਬਣਿਆ ਹੈ ਕਿ ਤੁਸੀਂ ਮੌਰਗੇਜ ਬ੍ਰੋਕਰ ਕੋਲ ਜਾਓ ਜਿਨ੍ਹਾਂ ਕੋਲ ਸਾਰੀ ਇੰਡਸਟਰੀ ਦਾ ਅਸੈਸ ਹੁੰਦਾ ਹੈ, ਚੰਗੇ ਜਿਹੜੇ ਐਸਟੈਬਲਿਸ਼ਡ ਬ੍ਰੋਕਰੇਜਸ ਹੈਗੀਆਂ ਨੇ ਜਾਂ ਕੁਝ, ਤੇ ਉਹ ਸਾਰਿਆਂ ਨਾਲ ਉਹ ਤੁਹਾਡੇ ਲਈ ਸ਼ਾਪ ਕਰਨ ਦੈਟ ਇਜ਼ ਅ ਬੈਟਰ ਵੇ ਆਫ ਡੂਇੰਗ ਇਟ। ਹੁਣ ਜੇ ਉਹ ਇੰਡੀਵਿਜੂਅਲੀ ਜਾਂਦੇ ਆ ਹਰ ਬੈਂਕ ਦੇ ਵਿੱਚ, ਉਹਨਾਂ ਦੇ ਇੱਕ ਦੋ ਨੁਕਸਾਨ ਮੈਂ ਤੁਹਾਨੂੰ ਦੱਸ ਦਿੰਦਾ, ਕਈ ਇਸ਼ੂਜ਼ ਆ ਸਕਦੇ ਆ। ਨੁਕਸਾਨ ਇਹ ਆ ਵੀ ਜਦੋਂ ਤੁਸੀਂ ਇੱਕ ਬੈਂਕ ਕੋਲ ਗਏ, ਸਾਰੀ ਇਨਫੋਰਮੇਸ਼ਨ ਉਹਨਾਂ ਨੇ ਐਪਲੀਕੇਸ਼ਨ ਕਰ ਲਈ, ਕਰਨ ਤੋਂ ਬਾਅਦ ਉਹਨਾਂ ਨੇ ਸਿਸਟਮ ਦੇ ਵਿੱਚ ਪਾਈ ਆਈਦਰ ਇਟਸ ਅਪਰੂਵਡ ਔਰ ਇਟਸ ਡਿਕਲਾਈਨਡ, ਦੈਨ ਯੂ ਗੋ ਟੂ ਅ ਨੈਕਸਟ ਵਨ, ਉੱਥੇ ਵੀ ਤੁਸੀਂ ਅਪਰੂਵਡ ਔਰ ਡਿਕਲਾਈਨਡ ਹੋ। ਹੁਣ ਤੀਜੇ 'ਚ ਵੀ ਤੁਸੀਂ ਗਏ, ਉੱਥੇ ਵੀ ਇਹੀ ਗੱਲ ਹੋਈ। ਹੁਣ 3-4 ਡਿਫਰੈਂਟ ਇੰਸਟੀਚਿਊਟ ਨੇ ਕੀ ਕੀਤਾ ਕਿ ਤੁਹਾਡਾ ਕ੍ਰੈਡਿਟ ਪੁੱਲ ਕੀਤਾ, ਤਿੰਨਾਂ ਨੂੰ ਹੀ ਕੀਤਾ ਅਲੱਗ-ਅਲੱਗ ਵਾਰ। ਉਹਦੇ 'ਚ ਕੀ ਹੁੰਦਾ ਹੈ ਕਿ ਜਿਨ੍ਹਾਂ ਦੇ ਮਾਰਜਨਲ ਕ੍ਰੈਡਿਟ ਹੁੰਦੇ ਆ, ਜੇ ਕਿਸੇ ਦਾ ਮਤਲਬ 680 ਕਹਿੰਦੇ ਆ ਜੀ ਬੈਸਟ ਰੇਟ ਲੈਣ ਲਈ ਰਿਕੁਆਇਰਮੈਂਟ ਹੈਗੀ ਹੈ, ਕਿਸੇ ਦਾ 685 ਜਾਂ 90 ਹੈ, ਪਹਿਲੇ ਬੈਂਕ 'ਚ ਗਿਆ, ਉਹ 670 ਆ ਗਿਆ ਤਾਂ ਦੇ ਆਰ ਨਾਟ ਨਾਓ ਗੈਟਿੰਗ ਕੁਆਲੀਫਾਈਡ ਫॉर ਦਾ ਅਦਰ ਜਿਹਦਾ ਬੈਸਟ ਆਪਸ਼ਨ ਜਿਹੜੀ ਹੁੰਦੀ ਹੈ। ਸੋ ਕ੍ਰੈਡਿਟ ਚੈੱਕ ਕਰਨ ਦੇ ਨਾਲ ਉਹਨਾਂ ਦਾ ਜੋ ਹੈ ਕ੍ਰੈਡਿਟ ਰੇਟ ਜੋ ਉਹਨਾਂ ਦੇ ਬੀਕਨ ਪੁਆਇੰਟਸ ਹਨ ਉਹ ਥੋੜਾ ਘਟਦਾ ਈਚ ਟਾਈਮ। ਹਾਂ ਅੱਛਾ, ਬਹੁਤ ਜ਼ਿਆਦਾ ਨਹੀਂ ਫਰਕ ਪੈਂਦਾ ਜਿਵੇਂ ਕਈ ਵਾਰ ਲੋਕੀ ਡਰਾ ਦਿੰਦੇ ਆ ਵੀ ਨਹੀਂ ਜੀ ਹੋਰ ਕਿਤੇ ਨਾ ਜਾਇਓ ਵੀ ਨਹੀਂ ਤਾਂ ਹੋ ਜਾਣਾ। ਨਹੀਂ ਮੇਰਾ ਖਿਆਲ ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਕਿਹਾ ਕਿ ਮਾਰਜਨਲ ਜਿਨ੍ਹਾਂ ਦਾ ਬਿਲਕੁਲ ਥੋੜਾ ਹੀ ਹੈ, ਬਹੁਤਾ ਨਹੀਂ ਹੈ, ਉਹਨਾਂ ਦਾ ਫਰਕ ਜ਼ਰੂਰ ਪੈਂਦਾ। ਇੱਕ ਹੋਰ ਬਹੁਤ ਜਿਹੜਾ ਅਹਿਮ ਫੈਕਟਰ ਹੈ ਉਹ ਇਹ ਹੈਗਾ ਕਿ ਫੋਰ ਐਗਜ਼ਾਮਪਲ ਹਾਈ ਰੇਸ਼ੋ ਡੀਲਸ ਨੇ ਜਿਨ੍ਹਾਂ ਦੇ ਵਿੱਚ ਡੀਲਾਂ ਲੋਕਾਂ ਨੇ 5% ਤੋਂ ਘੱਟ ਡਾਊਨ ਕੀਤਾ। ਹਰ ਡੀਲ CMHC ਜਨਵਰਤ ਕੋਲ ਜਾਣੀ ਹੈ। ਉਹਦੇ 'ਚ ਕੀ ਹੈ ਕਿ ਹੁਣ ਮੇਰੇ ਕੋਲ ਆਏ, ਲੈਟਸ ਸੇ ਮੈਂ ਇੱਕ ਬੈਂਕ ਹੈਗਾ, ਤੁਸੀਂ ਇੱਕ ਬੈਂਕ ਹੋ, ਮੇਰੇ ਕੋਲ ਆਏ, ਮੈਂ ਉਹਨਾਂ ਦੀ ਐਪਲੀਕੇਸ਼ਨ ਨੂੰ ਆਪਣੇ ਤਰੀਕੇ ਨਾਲ ਪ੍ਰੈਜ਼ੈਂਟ ਕਰਨਾ ਹੈ। ਉਹਨਾਂ ਦੀ ਡਾਊਨ ਪੇਮੈਂਟ ਕਿੱਥੋਂ ਆ ਰਹੀ ਹੈ, ਇਨਕਮ ਕਿੰਨੀ ਯੂਜ਼ ਕਰ ਰਹੇ ਆ, ਤੁਸੀਂ ਉਹਨਾਂ ਨੂੰ ਆਪਣੇ ਤਰੀਕੇ ਨਾਲ ਆਪਣੀ ਨੌਲੇਜ ਨਾਲ ਉਹਨਾਂ ਨੂੰ ਪ੍ਰੈਜ਼ੈਂਟ ਕਰਨਾ ਹੈ। ਅੱਛਾ, ਦੋਨਾਂ ਨੇ ਅਪਰੂਵ ਕਰਤੀ ਡੀਲ, ਦੋਨਾਂ ਦੀ ਡੀਲ CMHC ਕੋਲ ਚਲੇਗੀ ਫਾਈਨਲ ਅਪਰੂਵਲ ਲਈ। ਉੱਥੇ CMHC ਕੋਲ ਕਨਫਲਿਕਟਿੰਗ ਇਨਫੋਰਮੇਸ਼ਨ ਚਲੇਗੀ। ਹੁਣ ਕਿਸੇ ਕੋਲ ਥੋੜਾ ਜਿਹਾ ਡਿਫਰੈਂਸ ਸੀ ਕਿਉਂਕਿ ਤੁਸੀਂ ਆਪਣੇ ਤਰੀਕੇ ਨਾਲ ਕੀਤਾ। ਫੋਰ ਐਗਜ਼ਾਮਪਲ ਮੈਂ ਕਹਿ ਦਿੰਦਾ ਵੀ ਡਾਊਨ ਪੇਮੈਂਟ ਸਾਰੀ ਕਲਾਇੰਟ ਦੀ ਆਪਣੀ ਹੈ, ਤੁਸੀਂ ਕਹਿ ਦਿੰਦੇ ਹੋ ਜੀ ਡਾਊਨ ਪੇਮੈਂਟ ਕਲਾਇੰਟ ਦੇ 50,000 ਚੋਂ 20,000 ਗਿਫਟਡ ਹੈ। ਉਹ ਫਰਕ ਪੈ ਗਿਆ। ਜਾਂ ਇਨਕਮ ਦੇ ਵਿੱਚ ਮੈਂ ਕਹਿੰਦਾ ਜੀ ਇਹਨਾਂ ਦੀ ਇਨਕਮ ਕਲਾਇੰਟਸ ਦੀ ਜਿਹੜੀ ਕੰਬਾਈਨਡ ਫੈਮਿਲੀ ਇਨਕਮ ਹੈਗੀ ਹੈ ਉਹ 80,000 ਹੈ, ਚਾਈਲਡ ਟੈਕਸ ਬੈਨੀਫਿਟ ਯੂਜ਼ ਕੀਤਾ, ਇੱਧਰ ਉੱਧਰ ਹੋਰ ਕੁਝ ਕੀਤਾ, ਤੁਸੀਂ ਕਹਿੰਦੇ ਜੀ ਨਹੀਂ 75,000 ਹੈ। ਸੋ ਵੈਨ ਦੇ ਹੈਵ ਅ ਕਨਫਲਿਕਟਿੰਗ ਇਨਫੋਰਮੇਸ਼ਨ ਸਮਟਾਈਮ ਦ ਇੰਸ਼ੋਰਰ ਡਿਕਲਾਈਨਸ ਥੀਸ ਡੀਲਸ। ਜਦੋਂ ਇੰਸ਼ੋਰਰ ਨੇ ਡਿਕਲਾਈਨ ਕਰਤੀ ਫਿਰ ਉਹ ਕਲਾਇੰਟ ਹੈਲਪਲੈਸ ਹੋ ਜਾਂਦੇ ਆ, ਬਿਲਕੁਲ ਮੁਸ਼ਕਿਲ ਹੋ ਜਾਂਦਾ। ਐਂਡ ਇਟ ਹੈਪਨਡ, ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਮੇਰੇ ਇੱਕ ਕਲਾਇੰਟ ਨਿਊ ਇਮੀਗ੍ਰੈਂਟ ਸੀਗੇ, ਹੈਡ ਅ ਵੈਰੀ ਗੁੱਡ ਜੌਬ ਵਿਦ ਵਨ ਆਫ ਦ ਟਾਪ IT ਕੰਪਨੀਜ਼ ਹੇਅਰ, ਤੇ ਮੈਂ ਉਹਨਾਂ ਨੂੰ ਪ੍ਰੀ ਅਪਰੂਵ ਕਰਤਾ, ਤੁਸੀਂ ਜਾਓ ਕਰ ਲਓ। ਉਹਨਾਂ ਨੇ ਘਰ ਆਫਰ ਪਾਈ, 5% ਡਾਊਨ ਸੀਗਾ, ਤੇ ਉਹ ਜਦੋਂ ਬੈਂਕ ਦਾ ਡਰਾਫਟ ਬਣਾਉਣ ਗਏ ਉੱਥੇ ਦੇਣ ਲਈ ਐਜ਼ ਅ ਡਿਪੋਜ਼ਿਟ, ਉਹਨਾਂ ਨੂੰ ਬੈਂਕਰ ਕਹਿੰਦੇ ਜੀ ਤੁਸੀਂ ਬ੍ਰੋਕਰ ਕੋਲ ਕਿਉਂ ਜਾ ਰਹੇ ਹੋ, ਅਸੀਂ ਕਰ ਦਿੰਦੇ। ਸੋ ਦੇ ਅਪਰੂਵਡ ਦ ਡੀਲ, ਸੈਂਡ ਇਟ ਟੂ CMHC ਐਂਡ ਇਟ ਗਾਟ ਡਿਕਲਾਈਨਡ।
ਰੀਜ਼ਨ ਉਹੀ ਹੋ ਸਕਦਾ ਬਿਕਾਜ਼ ਉਹੀ ਉਹਨਾਂ ਨੇ ਪਤਾ ਨਹੀਂ ਕਿਸ ਤਰੀਕੇ ਨਾਲ ਪਾਈ ਐਂਡ ਦੇ ਵਰ ਫਿਟਿੰਗ ਇਨ ਵੈਰੀ ਵੈਲ ਐਜ਼ ਅ ਨਿਊ ਇਮੀਗ੍ਰੈਂਟ ਕਲਾਇੰਟ। ਸਾਰਾ ਕੁਝ ਸਹੀ ਹੋ ਰਿਹਾ ਸਾਰਾ ਕੁਝ ਸਹੀ ਸੀਗਾ, ਪ੍ਰੀ ਅਪਰੂਵ ਕੀਤਾ ਹੋਇਆ ਸੀਗਾ। ਫਿਰ ਉਹ ਮੈਨੂੰ ਕਹਿੰਦੇ ਜੀ ਸਾਨੂੰ ਤਾਂ ਡਿਕਲਾਈਨ ਹੋ ਗਿਆ ਸਾਨੂੰ। ਮੈਂ ਕਿਹਾ ਤੁਸੀਂ ਗਏ ਕਿਉਂ ਸੀਗੇ? ਉਹ ਕਹਿੰਦੇ ਜੀ ਜਦੋਂ ਡਰਾਫਟ ਬਣਾਉਣ ਲੱਗੇ ਸੀ ਉਹਨਾਂ ਨੇ ਸਾਨੂੰ ਕਿਹਾ ਜੀ ਅਸੀਂ ਵੀ ਆਰ ਦ ਬੈਂਕ ਐਂਡ ਯੂ ਟੇਕ ਇਟ ਫਰਮ ਅਸ। ਜੀ ਜੀ ਤੇ ਉਹ ਬਹੁਤ ਮੁਸ਼ਕਿਲ ਨਾਲ ਆਈ ਮੈਨੇਜ ਟੂ ਗੈਟ ਇਟ ਡਨ, ਬਟ ਇਟ ਵਾਸ ਅ ਬਿਗ ਚੈਲੰਜ ਫॉर ਮੀ ਟੂ ਕਨਵਿੰਸ ਦ CMHC ਅਗੇਨ ਕਿ ਜੀ ਮੈਂ ਸਹੀ ਹੈਗਾ। ਉਹ ਇਨਫੋਰਮੇਸ਼ਨ ਜਿਹੜੀ ਉਧਰ ਆਈ ਆ ਉਹ ਗਲਤ ਸੀ। ਹਾਂ, ਇਹ ਤੇ ਇੱਕ ਡਰਾਬੈਕ ਹੋ ਗਿਆ ਕਿ ਤੁਹਾਡੇ ਈਚ ਟਾਈਮ ਇੱਕ ਤੇ ਉਹ ਕ੍ਰੈਡਿਟ ਡਾਊਨ ਹੋ ਜਾਣਾ, ਦੂਸਰਾ ਆਹ ਪਈ ਕਨਫਲਿਕਟਿੰਗ ਆਫ ਇਨਫੋਰਮੇਸ਼ਨ ਜਿਹੜੀ ਪਹੁੰਚਣੀ ਹੈ ਉਹਨਾਂ ਪਾਸ, ਉਸ ਕਾਰਨ ਵੀ ਡੀਲ ਜਿਹੜੀ ਆ ਉਹ ਖਰਾਬ ਹੋ ਜਾਂਦੀ ਹੈ। ਤੇ ਫਾਇਦਾ ਤੇ ਇਹਦਾ ਕੋਈ ਵੀ ਨਹੀਂ ਹੈ ਦੋ ਤਿੰਨਾਂ ਕੋਲ ਜਾਣ ਦਾ, ਬੇਸਿਕਲੀ ਤਾਂ ਬ੍ਰੋਕਰ ਕੋਲ ਹੀ ਆਉਣਾ ਚਾਹੀਦਾ। ਦੇਖੋ ਬਹੁਤ ਨੁਕਸਾਨ ਹੁੰਦੇ ਆ, ਹੋਰ ਵੀ ਕਈ ਚੀਜ਼ਾਂ ਨੇ। ਮੈਂ ਖੁਦ ਬੈਂਕਿੰਗ ਇੰਡਸਟਰੀ 'ਚ ਜਿਵੇਂ ਰਿਹਾ ਹੈਗਾ, ਬੈਂਕਾਂ ਦਾ ਜਿਹੜਾ ਮੇਨ ਸੈਕਟਰ ਜਿਹੜਾ ਉਹਨਾਂ ਦਾ ਮੇਨ ਜਿਹੜਾ ਸੋਰਸ ਆਫ ਬਿਜ਼ਨਸ ਹੈਗਾ ਉਹ ਹੈਗਾ ਉਹਨਾਂ ਦੇ ਬੈਂਕ ਅਕਾਊਂਟਸ ਜੀ। ਉਸ ਤੋਂ ਬਾਅਦ ਉਹਨਾਂ ਦੀਆਂ ਲਾਈਨ ਆਫ ਕ੍ਰੈਡਿਟ, ਅਨਸਿਕਿਉਰਡ ਡੈਟਸ, ਵੀਜ਼ਾਸ, ਹੋਰ ਬਹੁਤ ਤਰ੍ਹਾਂ ਦੇ ਪ੍ਰੋਡਕਟਸ ਹੁੰਦੇ ਆ। ਮਾਰਗੇਜ ਇਜ਼ ਵਨ ਆਫ देयर ਪ੍ਰੋਡਕਟਸ ਜੀ। ਸੋ ਮਾਰਗੇਜ 'ਚ ਕੋਈ ਸਪੈਸ਼ਲਾਈਜੇਸ਼ਨ ਨਹੀਂ ਹੁੰਦੀ ਉਹਨਾਂ ਦੀ, ਨਹੀਂ ਹੈਗੀ। ਤੇ ਜਿਹੜੇ ਕਈ ਇੰਸਟੀਟਿਊਸ਼ਨ ਹੈਗੇ ਆ ਸਾਡੇ ਕੋਲ, ਜਿਵੇਂ ਆਈ ਵੋਂਟ ਨੇਮ ਬਟ ਵੀ ਹੈਵ ਮੈਨੀ ਇੰਸਟੀਟਿਊਟਸ, ਮਤਲਬ ਉਹ ਵੀ ਉਸ ਐਕਸਕਲੂਸਿਵਲੀ ਮਾਰਗੇजेस ਹੀ ਸੈਲ ਕਰਦੇ ਆ। ਸੋ ਉਹਨਾਂ ਦੀ ਕਸਟਮਰ ਸਰਵਿਸ, ਉਹਨਾਂ ਦੇ ਰੇਟਸ, ਉਹਨਾਂ ਦੀਆਂ ਟਰਮਸ ਐਂਡ ਕੰਡੀਸ਼ਨਸ ਆਰ ਮਚ ਬੈਟਰ ਦੈਨ ਦ ਬੈਂਕ ਸਮਟਾਈਮਸ। ਜੀ ਜੀ ਜੀ। ਤੇ ਉਹ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਜੀ। ਪਰ ਮੇਰਾ ਖਿਆਲ ਅਜੇ ਤੱਕ ਮਾਈਂਡ ਸੈਟ ਵੀ ਹੋਇਆ ਕਿਉਂਕਿ ਤੁਸੀਂ ਗਰੋ ਅਪ ਹੁੰਦੇ ਹੋ, ਰਾਈਟ ਵੇ ਬੈਂਕ 'ਚ ਜਾਂਦੇ ਹੋ, ਥੋੜੇ ਜਿਹੇ ਬਹੁਤ ਸਾਰੇ ਬੰਦੇ ਹਾਲੇ ਬੈਂਕ ਕੋਲ ਜਾ ਕੇ ਹੀ ਖੁਸ਼ ਹਨ। ਬੇਸਿਕਲੀ ਉਹਨਾਂ ਨੂੰ ਸੋਚਣਾ ਚਾਹੀਦਾ। ਇਹ ਬੇਸਿਕਲੀ ਵੇਖੋ, ਜਦੋਂ ਫੂਡ ਦੀ ਗੱਲ ਕਰਦੇ ਆ, ਜਿਵੇਂ ਮੈਕਡੋਨਲਡ ਦੇ ਸਾਈਨ ਲੱਗੇ ਹੁੰਦੇ ਆ ਜਾਂ ਕੈਨੇਡਾ 'ਚ ਟਿਮ ਹਾਰਟਨ ਦੇ ਲੱਗੇ ਆ, ਵੀ ਇੱਕ ਸੈਂਸ ਆਫ ਸਿਕਿਉਰਿਟੀ ਹੁੰਦੀ ਆ ਵੀ ਇੱਥੋਂ ਖਾ ਲਈਏ। ਉਹੀ ਚੀਜ਼ ਬੈਂਕ ਦੀ, ਉਹਨਾਂ ਨੂੰ ਲੱਗਦਾ ਵੀ ਯਾਰ ਇਹ ਬ੍ਰਾਂਚਾਂ ਇੱਥੇ ਸਾਡੇ ਕਾਰਨਰਸ ਤੇ ਹੈਗੀਆਂ ਨੇ, ਨੇੜੇ ਤੇੜੇ ਇੰਟਰਸੈਕਸ਼ਨ ਤੇ ਹੈਗੀਆਂ ਨੇ, ਸ਼ਾਇਦ ਇਹਨਾਂ ਤੋਂ ਲਈਏ, ਇਹ ਕਿਤੇ ਭੱਜ ਨਾ ਜਾਣਗੀਆਂ, ਇਹ ਇੱਥੇ ਰਹਿਣਗੀਆਂ, ਸਾਨੂੰ ਡੀਲਿੰਗ ਕਰਨੀ ਸੌਖੀ ਹੋਣੀ ਹੈ। ਹੁਣ ਮੈਂ ਤੁਹਾਨੂੰ ਡਿਫਰੈਂਸ, ਆਲ ਥੀਸ ਵੈਦਰ ਦੇ ਆਰ ਕੈਨੇਡਾ ਦੇ ਵਿੱਚ 35-40 ਪ੍ਰਾਈਮ ਲੈਂਡਰ ਨੇ ਜੀ। 35-40 ਪ੍ਰਾਈਮ ਲੈਂਡਰ ਦੇ ਵਿੱਚ ਹੀ ਇਹ 5-6 ਬੈਂਕ ਆ ਜਾਂਦੇ ਆ। ਠੀਕ ਹੈ। ਸੋ ਇਹਨਾਂ ਦੀਆਂ ਜਿਹੜੀਆਂ ਗਾਈਡਲਾਈਨਸ, ਜਿਹੜੀਆਂ ਬੇਸਿਕ ਗਾਈਡਲਾਈਨਸ ਨੇ, ਉਹ ਮਤਲਬ ਪਿੱਛੋਂ ਮਿਨਿਸਟਰੀ ਆਫ ਫਾਈਨੈਂਸ ਵੱਲੋਂ ਤੈਅ ਹੁੰਦੀਆਂ ਨੇ। ਠੀਕ ਹੈ। ਉਸ ਤੋਂ ਬਾਅਦ ਹੁਣ ਜਦੋਂ ਆਪਾਂ ਨੈਕਸਟ ਗੱਲ ਕਰਦੇ ਹੈਗੇ ਆ, ਜਿਹੜੀ ਮੰਥਲੀ ਪੇਮੈਂਟ ਜਾਣੀ ਹੈ, ਬਾਈ ਵੀਕਲੀ ਜਾਣੀ ਹੈ, ਉਹ ਸਾਰੀ ਆਟੋਮੈਟਿਕਲੀ ਜਾਣੀ ਹੈ, ਚਾਹੇ ਤੁਸੀਂ ਇਹਨਾਂ ਬੈਂਕਾਂ ਤੋਂ ਲਓ ਮਾਰਗੇਜ, ਚਾਹੇ ਦੂਸਰੇ ਤੋਂ ਲਓ। ਸੋ ਮਾਰਗੇਜ ਲੈਣ ਤੋਂ ਬਾਅਦ ਯੂ ਡੋਂਟ ਵਾਕ ਇਨਟੂ ਐਨੀ ਬ੍ਰਾਂਚ ਵੀ ਆ ਫਲਾਣਾ ਬੈਂਕ ਸਾਡੇ ਘਰ ਦੇ ਨੇੜੇ, ਮੈਂ ਜਾ ਕੇ ਇੱਥੇ ਪੈਸੇ ਲਿਆ ਕਰਾਂਗਾ, ਕੋਈ ਨਹੀਂ ਲੈਣਾ। ਇਟਸ ਸੇਮ ਦੋਨਾਂ ਲਈ। ਬਿਲਕੁਲ। ਸੋ ਇਸ ਕਰਕੇ ਕੋਈ ਫਰਕ ਨਹੀਂ ਹੈਗਾ। ਇਟ ਇਜ਼ ਜਸਟ ਇੰਪ੍ਰੈਸ਼ਨ ਜਿਹੜਾ ਹੁਣ ਜੇ ਤੁਸੀਂ ਸਰਵੇ ਵੇਖੋ, ਹਿਸਟੋਰੀਕਲੀ ਮੋਰ ਪੀਪਲ ਯੂਜ਼ਡ ਟੂ ਗੋ ਟੂ ਬੈਂਕਸ, ਤੇ ਬ੍ਰੋਕਰ ਕੋਲ ਤਾਂ ਆਉਂਦੇ ਹੁੰਦੇ ਸੀ ਵੀ ਜੇ ਬੈਂਕ ਤੋਂ ਨਹੀਂ ਹੋਈ ਸ਼ਾਇਦ ਬ੍ਰੋਕਰ ਕੁਝ ਕਰ ਦੇਗਾ। ਹੁਣ ਜਿਹੜਾ ਸਰਵੇ ਆ ਰਹੇ ਆ ਲੇਟੈਸਟ, ਮੋਰ ਐਂਡ ਮੋਰ ਪੀਪਲ ਆਰ ਗੋਇੰਗ ਟੂ ਬ੍ਰੋਕਰਸ। ਉਹ ਇਸ ਕਰਕੇ ਆ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬ੍ਰੋਕਰ ਕੋਲ ਜਾਵਾਂਗੇ ਤਾਂ ਚੁਆਇਸ ਮਿਲੇਗੀ ਸਾਨੂੰ। ਮੈਂ ਤੁਹਾਨੂੰ ਹੁਣ ਵਾਪਸ ਉਹ ਪਹਿਲੇ ਵਾਲੇ ਸਵਾਲ ਤੇ ਹੀ ਲੈ ਕੇ ਆਉਣ ਲੱਗਾ। ਬੈਂਕਾਂ ਦੀ ਆਪਾਂ ਗੱਲ ਕੀਤੀ ਕਿ 2-3 ਬੈਂਕਾਂ ਕੋਲ ਨਹੀਂ ਜਾਣਾ ਚਾਹੀਦਾ, ਉਸ ਦੇ ਨੁਕਸਾਨ ਹਨ। ਦੂਸਰੇ ਪਾਸੇ ਕਲਾਇੰਟ ਤੁਹਾਡੇ ਕੋਲ ਆ ਜਾਂਦਾ ਹੈ, ਹਾਂਜੀ, ਤੁਸੀਂ ਪਹਿਲਾਂ ਹੀ ਉਹਦੀ ਐਪਲੀਕੇਸ਼ਨ ਦੇਖਦੇ ਹੋ ਕਿ ਕਿਸ ਬੈਂਕ ਨੂੰ ਜਾਂ ਕਿਸ ਲੈਂਡਰ ਨੂੰ ਭੇਜੀ ਜਾਵੇ ਜਿਸ ਤੇ ਅਪਰੂਵ ਹੋਏਗੀ, ਜਾਂ ਤੁਸੀਂ ਵੀ 2-3 ਨੂੰ ਭੇਜਦੇ ਹੋ? ਹਾਊ ਡਜ਼ ਇਟ ਵਰਕ? ਨਹੀਂ, ਅਸੀਂ ਵੇਖੋ ਸਾਰਿਆਂ ਤੋਂ ਪਹਿਲਾਂ ਇਹ ਹੈ ਕਿ ਫੁੱਲ ਐਪਲੀਕੇਸ਼ਨ ਕਰਕੇ ਉਹਨਾਂ ਦੀ, ਫਿਰ ਅਸੀਂ ਉਹਨਾਂ ਦਾ ਕ੍ਰੈਡਿਟ ਚੈੱਕ ਕਰਕੇ ਦੈਨ ਵੀ ਆਰ ਰੈਡੀ ਟੂ ਅਸੈਸ ਵੀ ਇਹਨੂੰ ਭੇਜਣਾ ਕਿੱਥੇ ਹੈ। ਓਕੇ, ਪਹਿਲਾਂ ਹੀ ਕੀ ਇਹ ਫਿਟ ਇਨ ਕਰ ਰਿਹਾ ਸਾਡੇ ਇਸ ਲੈਂਡਰ ਲਈ, ਬੈਸਟ ਰੇਟਸ ਵਾਲੇ ਲਈ, ਜਾਂ ਸੈਕੰਡ ਬੈਸਟ ਲਈ, ਜਾਂ ਥਰਡ ਲਈ, ਜਾਂ ਕੋਈ ਕਹਿੰਦੇ ਜੀ ਸਾਨੂੰ 6 ਮਹੀਨੇ ਦੀ ਟਰਮ ਚਾਹੀਦੀ, ਅਸੀਂ ਘਰ ਵੇਚ ਦੇਣਾ, ਕਿ ਅਸੀਂ ਇਹਨੂੰ ਓਪਨ ਲੈ ਕੇ ਦਈਏ, ਪੈਨਲਟੀਜ਼ ਨਾ ਪੈਣ। ਜਾਂ ਕਈ ਵਾਰ ਹੁੰਦਾ ਕਿ ਕਲਾਇੰਟਸ ਕਹਿੰਦੇ ਜੀ ਸਾਨੂੰ ਇੰਨੀ ਮਾਰਗੇਜ ਨਾਲ ਇੰਨੀ ਲਾਈਨ ਆਫ ਕ੍ਰੈਡਿਟ ਲੈ ਕੇ ਦਿਓ। ਦੇ ਹੈਵ ਬਿਜ਼ਨਸ ਪਲਾਨਸ ਹੁੰਦੇ ਆ ਉਹਨਾਂ ਦੇ, ਕਈ ਵੀ ਇੱਥੋਂ ਪੈਸੇ ਕੱਢਣੇ ਆ, ਇਨਵੈਸਟ ਕਰਨੇ ਆ, ਇੱਦਾਂ ਕਰਨਾ, ਉੱਦਾਂ ਕਰਨਾ। ਸੋ ਵੀ ਲੁੱਕ ਐਟ ਆਲ ਦੋਜ਼ ਥਿੰਗਸ ਐਂਡ ਦੈਨ send the application according to one lender at a time. ਇਹ ਨਹੀਂ ਕਿ ਉਹਨਾਂ ਦੀ ਇਨਫੋਰਮੇਸ਼ਨ ਸਾਡੇ ਕੋਲ ਆ ਗਈ ਤੇ ਅਸੀਂ ਉਹਨੂੰ ਹੁਣ ਬੰਬਾਰਡ ਕਰ ਦਿਆਂਗੇ, ਸਾਰੇ ਪਾਸੇ ਭੇਜ ਦਿਓ, ਸਾਰੇ ਪਾਸੇ 6 ਭੇਜਤੀ ਤੇ 6 ਪਾਸੇ ਡਿਕਲਾਈਨ ਹੋ ਗਈ, and now they are helpless, they can't even go anywhere. ਠੀਕ ਹੈ। we fit in actually most of the times ਅਸੀਂ ਉਹਨੂੰ ਪਹਿਲਾਂ ਹੀ ਅੰਡਰਰਾਈਟ ਕਰਕੇ ਭੇਜਦੇ ਹਾਂ ਕਿ ਅਪਰੂਵ ਹੋਵੇ 100% ਜਦੋਂ ਅਸੀਂ ਭੇਜਦੇ ਹਾਂ। ਜੇ ਕੋਈ ਲੈਂਡਰ ਵੱਲੋਂ ਇਸ਼ੂ ਆ ਵੀ ਜਾਂਦਾ ਹੈ, now we know the issue, now next we send it to the next lender and we make sure that that issue is covered, clear. Okay, ਹਾਂਜੀ। ਇਸ ਦੇ ਨਾਲ ਤੁਸੀਂ ਇੱਕ ਜ਼ਿਕਰ ਕੀਤਾ ਸੀ ਕਿ ਮੋਰਗੇਜ ਲੈਣ ਤੋਂ ਬਾਅਦ ਬੈਂਕ ਤੋਂ ਵੀ ਲੈਂਦੇ ਹੋ ਤਾਂ ਤੁਹਾਡੀ ਪੇਮੈਂਟ ਜੋ ਹੈ ਆਟੋਮੈਟਿਕਲੀ ਅਕਾਊਂਟ ਚੋਂ ਹੀ ਜਾਣੀ ਹੈ, ਜਾਂ ਫਿਰ ਤੁਸੀਂ ਬ੍ਰੋਕਰ ਕੋਲ ਆਉਂਦੇ ਹੋ ਉਧਰੋਂ ਵੀ ਸੇਮ ਜਾਣੀ ਹੈ। ਜੇ ਬ੍ਰੋਕਰ ਕੋਲ ਆਉਂਦੇ ਨੇ ਬਾਕੀ ਸੁਵਿਧਾ ਵੀ ਸਾਰੀਆਂ ਸੇਮ ਹੀ, ਕਿ ਤੁਸੀਂ ਸਾਲ ਬਾਅਦ ਇੰਨੇ ਪੈਸੇ ਦੇ ਸਕਦੇ ਹੋ, ਜੋ ਹੈ ਐਗਜ਼ੈਕਟਲੀ ਦ ਸੇਮ ਥਿੰਗ?
ਜਿਹੜੇ ਵੇਖੋ ਮੋਸਟ ਆਫ ਦੀਆਂ ਟਰਮਸ ਐਂਡ ਕੰਡੀਸ਼ਨਸ ਪ੍ਰੀ ਪੇਮੈਂਟ ਪ੍ਰਿਵਿਲੇजेस ਨੇ ਜਿਹੜੀਆਂ ਜੀ, ਉਸ ਤੋਂ ਬਾਅਦ ਬਾਈ ਵੀਕਲੀ ਐਕਸਲਰੇਟਿਡ ਪੇਮੈਂਟਸ ਕਰਨੀਆਂ ਨੇ, ਵੀਕਲੀ ਕਰਨੀਆਂ ਨੇ, ਇਹ ਸਾਰੀਆਂ ਇਹ ਮੈਜੋਰਿਟੀ ਆਫ ਦੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਉਹ ਸੇਮ ਹੁੰਦੀਆਂ ਨੇ। ਓਕੇ, ਡਿਫਰੈਂਸ ਆ ਜਾਂਦੇ ਆ ਫॉर ਐਗਜ਼ਾਮਪਲ ਇੱਥੇ ਆਪਣੇ ਇੱਕ ਪ੍ਰੋਮੀਨੈਂਟ ਬੈਂਕ ਹੁਣ ਤੱਕ ਸਾਰੇ ਹੀ ਕਰਨ ਲੱਗੇ ਤਕਰੀਬਨ, ਬਟ ਉਹ ਕਹਿੰਦੇ ਸੀ ਜੀ ਕਲਾਇੰਟਸ ਜਦੋਂ ਵਾਕ ਇਨ ਕਰਦੇ ਸੀ ਕਹਿੰਦੇ ਜੀ ਤੁਸੀਂ ਐਦਾਂ ਕਰੋ, ਤੁਹਾਡਾ 4 ਲੱਖ ਦੀ ਮੌਰਗੇਜ ਹੈ, 5 ਲੱਖ ਦਾ ਤੁਹਾਡੇ ਪਰਚੇਜ਼ ਹੈਗਾ, ਤੁਸੀਂ 20% ਡਾਊਨ ਕਰ ਰਹੇ ਹੋ, ਵੈਰੀ ਗੁੱਡ, ਬੈਸਟ ਕਲਾਇੰਟ ਹੋ, ਅਸੀਂ ਤੁਹਾਨੂੰ ਨਾ ਕੋਲੈਟਰਲ ਮੌਰਗੇਜ ਰਜਿਸਟਰ ਕਰ ਦਿੰਦੇ ਆ। ਹਾਂ, ਅੱਛਾ, ਆਮ ਬੰਦੇ ਨੂੰ ਨਹੀਂ ਦੈਟਸ ਪਤਾ ਹੁੰਦਾ ਅਨਦਰ ਕੁਐਸਚਨ ਕਿ ਕੋਲੈਟਰਲ ਮੌਰਗੇਜ ਐਕਸਪਲੇਨ ਕਰੋ ਥੋੜਾ। ਉਹਦੇ ਤੇ ਆਪਾਂ ਸੈਪਰੇਟ 15 ਮਿੰਟ ਲਾ ਸਕਦੇ ਪੂਰਾ, ਹਾਂ, ਪਰ ਅੱਜ ਥੋੜਾ ਜਿਹਾ ਥੋੜਾ ਤੁਹਾਨੂੰ ਇਹ ਦੱਸ ਦੇਣਾ। ਉਹ ਕੀ ਹੁੰਦਾ ਹੈ ਕਿ ਕਲਾਇੰਟ ਉਹਦੇ ਕੋਲ ਹੁਣ ਜਦੋਂ ਬੈਂਕ ਦੇ ਵਿੱਚ ਜਾਂਦੇ ਆ, ਹਾਂ, ਅੱਛਾ, ਨਾਓ ਦੈਟ ਬੈਂਕਰ ਵੁੱਡ ਗਿਵ ਅ ਰੀਜ਼ਨ ਕਿ ਕਿਉਂ ਕਰਨਾ ਚਾਹੁੰਦੇ ਆ। ਇਸ ਤਰ੍ਹਾਂ ਕੀ ਕਰ ਰਹੇ ਆ ਕਿ ਬੇਸਿਕਲੀ ਕਲਾਇੰਟ ਨੂੰ ਕਹਿੰਦੇ ਜੀ ਕੱਲ ਨੂੰ ਤੁਹਾਡੇ ਘਰ ਦੀ ਵੈਲਿਊ 6-7 ਲੱਖ ਹੋ ਜਾਣੀ ਹੈ ਤੇ ਤੁਸੀਂ ਜੇ ਸਾਡੇ ਕੋਲ ਆਉਂਗੇ ਤੇ ਅਸੀਂ ਲਾਈਨ ਆਫ ਕ੍ਰੈਡਿਟ ਤੁਹਾਨੂੰ ਲੈ ਦੇਵਾਂਗੇ ਜੀ, ਮਤਲਬ ਲਾਲਚ ਦੇ ਦਿੰਦੇ ਆ ਵੀ ਤੁਹਾਨੂੰ ਲਾਈਨ ਆਫ ਕ੍ਰੈਡਿਟ ਦੇ ਦੇਵਾਂਗੇ, ਤੁਹਾਨੂੰ ਲਾਇਰ ਦੀ ਕਾਸਟ ਉਸ ਟਾਈਮ ਤੇ ਲੀਗਲ ਕਾਸਟ ਬਚ ਜਾਏਗੀ, ਵਿਚ ਇਜ਼ ਜੇ ਬੈਂਕ ਦੇ ਥਰੂ ਕਰ ਰਿਹਾ $500-600 ਦਾ ਖਰਚਾ ਹੈਗਾ ਜੀ, ਉਹ ਕਹਿੰਦੇ ਜੀ ਤੁਹਾਡਾ ਸੇਵ ਹੋ ਜਾਏਗਾ। ਐਂਡ ਵੀ ਕੈਨ ਰਜਿਸਟਰ ਅਪ ਟੂ 125% ਆਫ ਦਾ ਪਰਚੇਜ਼ ਪ੍ਰਾਈਸ। ਅੱਛਾ, ਜੇ ਉਹਨਾਂ ਨੇ 5 ਲੱਖ ਦਾ ਕਰ ਲਿਆ, ਕਿੱਥੇ 4 ਲੱਖ ਦੀ ਮੌਰਗੇਜ ਰਜਿਸਟਰ ਕਰਨੀ ਸੀਗੀ, ਕਿੱਥੇ ਹੁਣ 6.5 ਲੱਖ ਦੀ ਰਜਿਸਟਰ ਕਰ ਦਿੰਦੇ ਆ, ਉਹ ਵੀ ਕੋਲੈਟਰਲ। ਹਾਂ, ਤੇ ਉਹਦੇ ਚ ਮੈਂ ਤੁਹਾਨੂੰ ਦੱਸਦਾ ਨੁਕਸਾਨ ਕੀ ਹੈਗਾ। ਪਹਿਲੀ ਗੱਲ, ਇਹ ਮੌਰਗੇजेस ਪੋਰਟ ਨਹੀਂ ਕਰ ਸਕਦੇ, ਤੁਸੀਂ ਇਹਨੂੰ ਚੇਂਜ ਨਹੀਂ ਕਰ ਸਵਿਚ ਨਹੀਂ ਕਰ ਸਕਦੇ, ਜਿਵੇਂ ਵਿਦਆਊਟ ਕਾਸਟ ਆਪਾਂ ਸਵਿਚਿੰਗ ਕਰ ਲੈਂਦੇ ਆ ਨਾ ਇੱਕ ਲੈਂਡਰ ਤੋਂ। ਮਤਲਬ ਕਿ ਤੁਸੀਂ ਇਸ ਟਰਮ ਤੋਂ ਬਾਅਦ ਚਾਹੋ ਕਿ ਅਸੀਂ ਹੋਰ ਕਿਸੇ ਕੋਲ ਜਾਣਾ ਤਾਂ ਤੁਸੀਂ ਜਾ ਨਹੀਂ ਸਕਦੇ। ਦੈਟ ਇਜ਼ ਅ ਕੋਲੈਟਰਲ ਮੌਰਗੇਜ। ਹਾਂ, ਉੱਥੇ ਤੁਹਾਨੂੰ ਇੱਕ ਤਾਂ ਉਹਨਾਂ ਨੇ ਟ੍ਰੈਪ ਕਰ ਲਿਆ। ਦੂਸਰੀ ਗੱਲ ਹੈ ਵੀ ਜਦੋਂ ਤੁਸੀਂ ਲਾਈਨ ਆਫ ਕ੍ਰੈਡਿਟ ਲਈ ਲੈਟਸ ਸੇ ਤੁਹਾਡੀ ਐਪਰੀਸੀਏਸ਼ਨ ਵੀ ਹੋ ਗਈ, ਸਾਰਾ ਕੁਝ ਹੋ ਗਿਆ, ਹੁਣ ਉਹ ਤੁਸੀਂ ਕਹਿੰਦੇ ਹੋ ਜੀ ਸਾਨੂੰ $1,00,000 ਦੀ ਲਾਈਨ ਆਫ ਕ੍ਰੈਡਿਟ ਦੇ ਦਿਓ, ਦੇ ਆਰ ਗੋਇੰਗ ਟੂ ਕੁਆਲੀਫਾਈ ਯੂ ਅਗੇਨ, ਐਂਡ ਇਫ ਯੂ ਡੋਂਟ ਕੁਆਲੀਫਾਈ ਯੂ ਡੋਂਟ ਗੈਟ ਦੈਟ। ਠੀਕ ਹੈ, ਹਾਂ, ਪਰ ਹੋਰ ਕਿਤੇ ਤੁਸੀਂ ਜਾ ਨਹੀਂ ਸਕਦੇ। ਹੋਰ ਕਿਤੇ ਤੁਸੀਂ ਜਾ ਨਹੀਂ ਸਕਦੇ। ਯੂ ਕੈਨਟ ਇਵਨ ਟੇਕ ਅ ਸੈਕੰਡ ਮੌਰਗੇਜ ਇਨ ਦੈਟ ਸਿਨੈਰੀਓ, ਕਿਉਂਕਿ ਉਹਨਾਂ ਨੇ 6.5 ਲੱਖ ਤੁਹਾਡੇ ਰਜਿਸਟਰ ਕੀਤਾ ਹੋਇਆ, ਵੈਲਿਊ 5 ਲੱਖ, 6 ਲੱਖ, 7 ਲੱਖ ਹੋਈ ਹੈ, ਤੇ ਉਹ ਜਦੋਂ ਰੇਸ਼ੋਜ਼ ਬਣਾਉਣੇ ਬੰਦ ਹੀ ਨਹੀਂ ਫਿਰ। ਸੋ ਇਦਾਂ ਦੇ ਬਹੁਤ ਮਤਲਬ ਕੰਸਰਨ ਹੋ ਜਾਂਦੇ ਆ। ਪਹਿਲਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਨਾਮਵਰ ਬੈਂਕ ਇੱਕੋ ਹੀ ਕਰਦੇ ਸੀ, ਹੁਣ ਸਾਰੀਆਂ ਕਰਨ ਲੱਗ ਪਈਆਂ ਨੇ, ਸਾਰੀਆਂ ਕਰਨ ਲੱਗੀਆਂ, ਐਂਡ ਦੇ ਡੋਨਟ ਇਵਨ ਲੈਟ ਦ ਕਲਾਇੰਟ ਨੋ ਮੋਸਟ ਦਾ ਟਾਈਮ, ਬਿਕਾਜ਼ ਗੱਲ ਕੀਤੀ ਜਾਵੇ, ਮੈਂ ਐਗਜ਼ਾਮਪਲ ਇੱਕ ਦੇਣ ਲੱਗਾ, ਮੇਰਾ ਯਾਰ ਦੋਸਤ ਹੈ ਕਿ ਜਿਸ ਨੂੰ ਕਿ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਸੀ, ਹਾਂਜੀ, ਐਂਡ ਉਹ ਸਵਿਚ ਕਰਨਾ ਚਾਹੁੰਦਾ ਸੀ ਵੀ ਹੁਣ ਉਹਦੀ ਜਿਹੜੀ ਮੈਚੁਰਿਟੀ ਹੋ ਗਈ ਹੈ, ਐਂਡ ਹੀ ਵਾਂਟਡ ਟੂ ਗੋ ਟੂ ਅ ਡਿਫਰੈਂਟ ਐਂਡ ਸ਼ਾਪ ਅਰਾਊਂਡ। ਉਹ ਪਤਾ ਲੱਗਾ ਕਿ ਉਹ ਤਾਂ ਪੈਨਲਟੀ ਸੋ ਹਾਈ, ਫਸਟ ਆਫ ਆਲ ਯੂ ਪੇ ਆਲ ਦੈਟ ਆਫ, ਨਾਟ ਓਨਲੀ ਦੈਟ, ਉਹਦੇ ਕ੍ਰੈਡਿਟ ਕਾਰਡ 2-3 ਸੀਗੇ, ਉਹ ਕਹਿੰਦੇ ਜੀ ਇਹ ਵੀ ਪੇ ਆਫ ਕਰੋ, ਜਾਨੀ ਹੀ ਇਜ਼ ਗਾਟ ਟ੍ਰੈਪ। ਇੱਕ ਹੋਰ ਆਪਾਂ ਗੋਇੰਗ ਬੈਕ ਟੂ ਦੈਟ ਕੋਲੈਟਰਲ ਦੀ ਗੱਲ ਕਰਦੇ ਹਾਂ। ਹੁਣ ਤੁਸੀਂ ਲੈਟਸ ਸੇ ਫॉर ਐਗਜ਼ਾਮਪਲ ਇੱਕ ਬੈਂਕ ਤੋਂ ਤੁਸੀਂ ਮੌਰਗੇਜ ਲੈ ਲਈ ਹੈ, $6.5 ਲੱਖ ਰਜਿਸਟਰ ਹੋ ਗਿਆ ਪ੍ਰਾਪਰਟੀ ਦੇ ਉੱਤੇ। ਕੱਲ ਨੂੰ ਤੁਸੀਂ ਜਿਹੜੇ ਕੋਈ ਸਿਚੁਏਸ਼ਨ ਖਰਾਬ ਹੋਈ, ਬੈਂਕਰਪਸੀ ਦੇ ਵਿੱਚ ਇਨਵੋਲਵ ਹੋ ਗਏ ਲੋਕ, ਜਾਂ ਕੰਜ਼ਿਊਮਰ ਪ੍ਰਪੋਜ਼ਲ ਦੇ ਵਿੱਚ ਆ ਜਾਂਦੇ ਆ, ਹੁਣ ਉਹਨਾਂ ਦੇ ਵਿੱਚ ਕੀ ਹੋ ਰਿਹਾ ਹੈ, ਉਹ ਕਲਾਇੰਟਸ ਜਿਹੜੇ ਹੈ ਬਾਈ ਚਾਂਸ ਦੇ ਹੈਵ ਦੈਟ ਕੋਲੈਟਰਲ ਮੌਰਗੇਜ, ਤਾਂ ਉਹ ਬੈਂਕ ਜੇ ਉਹਨਾਂ ਦਾ 20,000 ਦੀ ਲਾਈਨ ਆਫ ਕ੍ਰੈਡਿਟ ਅਨਸਿਕਿਉਰ ਜਾਂ 30,000 ਦੀ ਹੈ, ਜਿਹੜੀ ਉਹ ਰਾਈਟ ਆਫ ਕਰਾਉਣਾ ਚਾਹੁੰਦੇ ਆ ਡੈਟ ਕੰਸੋਲੀਡੇਟਰ ਤੋਂ ਜਾਂ ਬੈਂਕਰਪਸੀ ਪ੍ਰਪੋਜ਼ਲਸ ਵਾਲਿਆਂ ਤੋਂ, ਤੇ ਉਹ ਕਰ ਨਹੀਂ ਸਕਦੇ, ਕਿਉਂਕਿ ਹੁਣ ਉਹ ਅਨਸਿਕਿਉਰ ਡੈਟ ਨੂੰ ਵੀ ਉਹ ਤੁਹਾਡੇ ਪ੍ਰਾਪਰਟੀ ਦੇ ਵਿੱਚ ਐਕੁਇਟੀ ਹੈਗੀ ਉਹ ਤੇ ਪਾ ਦਿੰਦੇ ਆ। ਹਾਂ, ਵੀ ਤੁਹਾਨੂੰ ਤੁਹਾਡੇ ਅਨਸਿਕਿਉਰ ਡੈਟਸ ਨੂੰ ਵੀ ਉਹਨਾਂ ਨੇ ਵਿੱਚ ਕਰ ਲਿਆ। ਜੇ ਕੱਲ ਨੂੰ ਤੁਹਾਡਾ ਕਿਤੇ ਵੀ ਮਤਲਬ ਰੱਬ ਨਾ ਕਰੇ ਕਨਫਲਿਕਟ ਸਿਚੁਏਸ਼ਨ ਕੋਈ ਇਦਾਂ ਦੀ ਆ ਜਾਏ, ਤੇ ਯੂ ਆਰ ਟ੍ਰੈਪਡ, ਮਤਲਬ ਬਹੁਤ ਬੁਰੀ ਤਰ੍ਹਾਂ ਟ੍ਰੈਪ ਹੋ ਜਾਂਦੇ। ਜਿਸ ਦੇ ਬਾਰੇ ਬਹੁਤੀ ਜਾਣਕਾਰੀ, ਵੇਖੋ ਤੁਸੀਂ ਦੱਸਣ ਦੀ ਗੱਲ ਕੀਤੀ ਹੈ ਨਾ, ਉਹ ਦੱਸਦੇ ਆ, ਐਕਸਪਲੇਨ ਕੀ ਕਰਨਾ ਹੈ, ਉਹ ਮਤਲਬ ਦੇ ਡੋਂਟ ਐਕਸਪਲੇਨ ਇਟ ਓਪਨਲੀ। ਐਕਸਪਲੇਨ ਮੈਂ ਵੀ ਕਰ ਰਿਹਾ, ਐਕਸਪਲੇਨ ਉਹ ਵੀ ਕਰ ਰਿਹਾ। ਉਹ ਕਹਿੰਦੇ ਆ ਜੀ ਤੁਹਾਨੂੰ ਪ੍ਰਿਵਿਲੇਜ ਹੈ, ਮਤਲਬ ਦ ਮੋਮੈਂਟ ਦ ਵੈਲਿਊ ਗੋਜ਼ ਅਪ ਯੂ ਕੈਨ ਕਮ ਐਂਡ ਟੇਕ ਅ ਲਾਈਨ ਆਫ ਕ੍ਰੈਡਿਟ। ਹਾਂ, ਬੰਦਾ ਉਸ ਵੇਲੇ ਉਹੀ ਸੋਚਦਾ ਕਿ ਮੈਂ ਯਾਰ ਮਗਰੋਂ ਲੱਖ ਦੀ, 1.5 ਲੱਖ ਦੀ, 2 ਲੱਖ ਦੀ ਲਾਈਨ ਆਫ ਕ੍ਰੈਡਿਟ ਵੀ ਲਵਾਂਗਾ, ਪਰ ਇਹ ਉਹ ਦੂਸਰੇ ਪਾਸੇ ਨੁਕਸਾਨ ਬਾਰੇ ਬਹੁਤਾ ਨਹੀਂ ਦੱਸਿਆ ਜਾਂਦਾ। ਸੋ ਜਿਸ ਕਰਕੇ ਤੁਸੀਂ ਇੱਥੇ ਹੋ ਮਹਾਰਾਜ ਲੋਕਾਂ ਨੂੰ ਆਗਾਹ ਕਰਨ। ਅੱਛਾ, ਇਸ ਦੇ ਨਾਲ ਚਲੋ ਇਹ ਜ਼ਰੂਰੀ ਹੈ ਕਿ 2-3 ਬੈਂਕਸ ਦੇ ਕੋਲ ਨਹੀਂ ਜਾਣਾ ਚਾਹੀਦਾ, ਜਿਸ ਨਾਲ ਤੁਹਾਡੇ ਮਾਰਜਨਲ ਅਗਰ ਤੁਹਾਡੇ ਬੀਕਨ ਪੁਆਇੰਟਸ ਹਨ ਉੱਤੇ ਤੁਹਾਨੂੰ ਫਰਕ ਪੈ ਸਕਦਾ। ਦੂਸਰਾ ਜਿਹੜੀ ਹੁਣ ਤੁਸੀਂ ਦੂਸਰੀ ਗੱਲ ਕੀਤੀ ਹੈ ਵੀ ਮੋਸਟ ਬੈਂਕਰ ਸਟਾਰਟ ਡੂਇੰਗ ਦੈਟ, ਇਹ ਵੀ ਸਭ ਤੋਂ ਬੜੇ ਨੁਕਸਾਨ ਵਾਲੀ ਗੱਲ ਹੈ। ਦੂਸਰੀ ਗੱਲ ਇਹ ਕਿ ਅਗਰ ਕਿਸੇ ਨੇ ਘਰ ਲੈਣਾ ਅੱਜ ਕੱਲ੍ਹ, ਕੀ ਉਹ ਡਾਊਨ ਪੇਮੈਂਟ ਬੋਰੋ ਕਰ ਸਕਦਾ? ਹਾਂਜੀ ਸ਼ਰਨਜੀਤ ਜੀ, ਬੜਾ ਅੱਛਾ ਸਵਾਲ ਹੈ। ਵੇਖੋ, ਇੱਕ ਤਾਂ ਅਸੀਂ ਲੋਨ ਉਧਰੋਂ ਲੈ ਲਿਆ ਮੌਰਗੇਜ, ਤੇ ਜੇ ਅਸੀਂ ਡਾਊਨ ਪੇਮੈਂਟ ਵੀ ਲੋਨ ਲੈ ਕੇ ਜਾਂ ਬੋਰੋ ਕਰਕੇ ਕਰ ਲਈ,
ਤੇ ਇਟ ਵਿਲ ਫਿਰ ਤੁਹਾਡਾ ਤਾਂ ਆਪਣਾ ਐਸੈਟ ਤਾਂ ਸਟੇਕ ਤਾਂ ਬਿਲਕੁਲ ਨਹੀਂ ਗਿਆ ਹੈਗਾ ਪ੍ਰਾਪਰਟੀ ਦੇ ਵਿੱਚ। ਹਾਂ ਲੈਂਡਰਸ ਦੀਆਂ ਐਕਸਪੈਕਟੇਸ਼ਨ ਨੇ ਜਿਹੜੀ ਵੀ ਡਾਊਨ ਪੇਮੈਂਟ ਤੁਸੀਂ ਕਰਨੀ ਹੈ ਉਹ ਤੁਹਾਡੇ ਆਪਣੇ ਸੋਰਸਿਸ ਤੋਂ ਹੋਵੇ ਜਾਂ ਗਿਫਟਡ ਹੋਵੇ ਇਮੀਡੀਏਟ ਫੈਮਿਲੀ ਮੈਂਬਰ ਤੋਂ, ਜਿਹੜੀ ਕਿ ਉਹਨਾਂ ਨੇ ਵਾਪਸ ਨਹੀਂ ਲੈਣੀ। ਅੱਛਾ, ਬਕਾਇਦਾ ਉਹਨਾਂ ਤੋਂ ਇੱਕ ਗਿਫਟ ਲੈਟਰ ਦੇ ਉੱਤੇ ਸਾਈਨ ਕਰਵਾਏ ਜਾਂਦੇ ਆ ਜੋ ਵੀ ਡੋਨਰ ਹੈਗਾ, ਐਂਡ ਇਟ ਹੈਜ਼ ਟੂ ਬੀ ਪ੍ਰੋਪੋਰਸ਼ਨੇਟ ਐਜ਼ ਵੈਲ। ਹੁਣ ਜੇ ਕਿਸੇ ਨੇ $1,00,000 ਡਾਊਨ ਕਰਨਾ ਹੈ, 50,000 ਉਹਦੇ ਕੋਲ ਹੈਗਾ, 60 ਹੈਗਾ, 10-20 ਘਟਦਾ, 40 ਘਟਦਾ, ਉਹਨਾਂ ਨੇ ਲੈ ਲਿਆ, ਜਸਟੀਫਾਈ ਕਰ ਲਿਆ। ਹੁਣ ਜੇ ਬੰਦੇ ਨੇ $1,00,000 ਡਾਊਨ ਕਰਨਾ ਹੈ ਤੇ $1,00,000 ਦੇ ਵਿੱਚ ਉਹ ਕਹਿੰਦੇ ਆ ਜੀ ਆ 90,000 ਸਾਨੂੰ ਗਿਫਟ ਦੇ ਰਹੇ ਆ, ਤਾਂ ਦੈਟ ਇਜ਼ ਆਲਸੋ ਨਾਟ ਵੈਰੀ ਸਟਰੋਂਗ ਪੁਆਇੰਟ ਬਣਦੀ ਨਹੀਂ ਉੱਥੇ, ਕਿਉਂਕਿ ਜਿਹੜੇ ਆਪਾਂ ਜੇ ਇਹਨਾਂ ਦੇ 4 ਪਿਲਰਸ ਦੀ ਗੱਲ ਕਰਦੇ ਆ, ਡਾਊਨ ਪੇਮੈਂਟ, ਆਪਣੀ ਇਨਕਮ, ਕ੍ਰੈਡਿਟ, ਪ੍ਰਾਪਰਟੀ ਇਟਸੈਲਫ। ਹੁਣ ਡਾਊਨ ਪੇਮੈਂਟ ਇਸ ਤਰ੍ਹਾਂ ਦਾ ਕੰਪੋਨੈਂਟ ਹੈਗਾ ਕਿ ਲੈਂਡਰ ਵਾਂਟ ਵਟ ਦੇ ਵਾਂਟ ਟੂ ਸੀ ਵਿਦ ਦ ਡਾਊਨ ਪੇਮੈਂਟ। ਉਹ ਇਹ ਵੇਖਣਾ ਚਾਹੁੰਦੇ ਆ ਵੀ ਜੇ ਇਹਨਾਂ ਨੇ ਆਪਣੇ ਪਰਸਨਲ ਪੈਸੇ ਲਾਏ ਹੋਏ ਆ ਪ੍ਰਾਪਰਟੀ ਦੇ ਵਿੱਚ ਤੇ ਇਹ ਕੱਲ ਨੂੰ ਕੋਈ ਮਾੜਾ ਟਾਈਮ ਆਇਆ, ਜੌਬ ਚਲੀ ਗਈ, ਕੋਈ ਹੋਰ ਇਸ਼ੂਜ਼ ਆਈਆਂ, ਤੇ ਆਪਣਾ ਉੱਥੋਂ ਬੋਰੀ ਬਿਸਤਰਾ ਲੈ ਕੇ ਭੱਜਣਗੇ ਨਹੀਂ ਜੀ। ਦੇ ਵੁੱਡ ਟਰਾਈ ਟੂ ਹੋਲਡ ਦ ਪ੍ਰਾਪਰਟੀ, ਕਿਉਂਕਿ ਉਹਨਾਂ ਦੇ ਆਪਣੇ ਪੈਸੇ ਲੱਗੇ ਹੋਏ। ਤੇ ਜੇ ਹੁਣ ਡਾਊਨ ਪੇਮੈਂਟ ਹੀ ਨਹੀਂ ਉਹਨਾਂ ਨੇ ਕੀਤੀ ਹੈਗੀ ਤਾਂ ਫਿਰ ਜਦੋਂ ਵੀ ਟਫ ਟਾਈਮ ਆਇਆ, ਅਗਲਾ ਕਹਿੰਦਾ ਆਈ ਕੈਨਟ ਅਫੋਰਡ ਦਾ ਹਾਊਸ, ਆਈ ਐਮ ਵਾਕਿੰਗ ਆਊਟ ਆਫ ਦਾ ਹਾਊਸ। ਸੋ ਦੈਟ ਇਜ਼ ਦ ਰੀਜ਼ਨ। ਆਲਸੋ ਮੋਰਗੇਜ ਦੇ ਅਪਰੂਵਲ ਵਿੱਚ ਵੀ ਫਰਕ ਪੈ ਸਕਦਾ। ਅਗਰ ਤੁਸੀਂ ਉਹਨਾਂ ਨੂੰ ਦੱਸੋ ਨਹੀਂ, ਅਗਰ ਤੁਸੀਂ ਬਾਰੋ ਕਰਕੇ ਵੀ ਡਾਊਨ ਪੇਮੈਂਟ ਮੈਂ ਬਾਰੋ ਕਰਕੇ ਦੇ ਰਿਹਾ ਜੀ, ਯੂ ਹੈਵ ਟੂ ਲੈਟ them know, isn't it? We have to let them know. ਇਹਦੇ ਚ ਵੇਖੋ, we can use a portion of down payment, ਕੋਈ ਸੈਟ ਰੂਲ ਨਹੀਂ ਹੈਗਾ, ਬਟ ਥੋੜਾ ਜਿਹਾ ਤੁਸੀਂ ਕਹਿ ਸਕਦੇ ਹੋ ਕਿ ਜੀ ਮੈਂ ਲਾਈਨ ਆਫ ਕ੍ਰੈਡਿਟ ਤੋਂ 10,000 20,000 ਸ਼ਾਰਟ ਸੀ, ਮੈਂ ਪਿਕ ਪਾ ਲਿਆ ਬਾਕੀ। ਪਰ ਉਹਨਾਂ ਕੇਸਿਸ ਦੇ ਵਿੱਚ ਜਿਹੜੀਆਂ ਇਨਕਮਸ ਹੈਗੀਆਂ ਨੇ, ਦੇ ਹੈਵ ਟੂ ਬੀ ਵੈਰੀ ਸਟਰੋਂਗ, ਕਿਉਂਕਿ ਜੇ ਮੈਂ 10,000 ਲਾਈਨ ਆਫ ਕ੍ਰੈਡਿਟ ਤੋਂ ਲੈ ਲੈਣਾ, $300 ਮੇਰੀ ਲਾਇਬਿਲਿਟੀ ਬਣ ਜਾਂਦੀ ਹੈ ਪਰ ਮੰਥ ਦੀ, ਜੇ ਸਾਡੇ ਰੂਲ ਦੇ ਹਿਸਾਬ ਨਾਲ 3% ਉਹਦਾ। ਹੁਣ ਉਹ 300% ਐਵਰੀ ਮੰਥ ਤੁਹਾਡਾ ਐਕਸਪੈਂਸ ਹੋ ਗਿਆ। ਕੀ ਤੁਹਾਡੀ ਇਨਕਮ ਇੰਨੀ ਹੈਗੀ ਹੈ ਕਿ ਉਹਨੂੰ ਸਪੋਰਟ ਕਰ ਰਹੀ ਹੈ ਬਿਸਾਈਡ ਯੋਰ ਨਿਊ ਮੌਰਗੇਜ ਪੇਮੈਂਟ? ਹਾਂ, ਫਿਰ ਇਨਕਮ ਵੀ ਹਾਈ ਗੁੱਡ ਚਾਹੀਦੀ ਹੈ। ਹਾਂਜੀ। ਸੋ ਦੈਟਸ ਅਨਦਰ ਥਿੰਗ। ਅੱਛਾ, ਬਾਕੀ ਇਸ ਦੇ ਨਾਲ ਜਿਹੜਾ ਮੌਰਗੇਜ ਹੈ ਉਹ ਲੰਪ ਸਮ ਦੇ ਕੇ ਇਸ ਨੂੰ ਕਿਸ ਤਰ੍ਹਾਂ ਉਤਾਰ ਸਕਦੇ? ਇੱਕਦਮ ਕੋਈ ਇਦਾਂ ਦਾ ਵੀ ਹੁੰਦਾ ਕੰਮ? ਹਾਂ, ਪ੍ਰੀ ਪੇਮੈਂਟ ਪ੍ਰਿਵਿਲੇजेस ਜਿਹੜੀਆਂ ਹੁੰਦੀਆਂ ਨੇ, ਉਹ ਤੁਸੀਂ ਜੇ ਆਪਾਂ ਉਹਨੂੰ ਲੋਨ ਦੀ ਗੱਲ ਕਰੀਏ, ਜੇ ਡਿਸਚਾਰਜ ਕਰਨਾ, ਉਹਦੇ ਚ ਯੂਜੂਅਲੀ ਸਾਡੇ ਕਲਾਇੰਟਸ ਜਿਹੜੇ ਆਉਂਦੇ ਆ ਉਹਨਾਂ ਨੂੰ ਆਪਾਂ 15 ਤੋਂ 20% ਪ੍ਰੀ ਪੇਮੈਂਟ ਪ੍ਰਿਵਿਲੇजेस ਹਰ ਕਲਾਇੰਟ ਨੂੰ ਲੈ ਕੇ ਦਿੰਦੇ ਆ। ਅੱਛਾ ਜੀ। ਹੁਣ ਜੇ ਮੈਂ ਤੁਹਾਨੂੰ ਆਪਾਂ ਗੱਲ ਕਰੀਏ ਵੀ ਅਗੇਨ 4-5 ਲੱਖ ਦੀ ਫੋਰ ਐਗਜ਼ਾਮਪਲ ਮੌਰਗੇਜ ਹੈ ਤੇ ਤੁਹਾਨੂੰ 20% ਪ੍ਰੀ ਪੇਮੈਂਟ ਪ੍ਰਿਵਿਲੇजेस ਮਿਲ ਗਈਆਂ ਜੀ, ਤਾਂ ਤੁਸੀਂ $1,00,000 ਆਫ ਦਾ ਪ੍ਰਿੰਸੀਪਲ ਅਮਾਉਂਟ ਜਿਹੜਾ ਪਹਿਲਾਂ ਰਜਿਸਟਰ ਹੋਇਆ ਐਵਰੀ ਈਅਰ ਦੇ ਸਕਦੇ ਹੋ ਜੀ। ਸੋ ਤੁਸੀਂ 1,00,000 ਐਕਸਟਰਾ ਪਹਿਲੇ ਸਾਲ ਦੇਤਾ, ਦੂਜੇ ਸਾਲ ਦੇਤਾ 1,00,000, ਤੀਜੇ ਸਾਲ ਦੇਤਾ, ਚੌਥੇ ਤੇ 5 ਸਾਲਾਂ 'ਚ ਤੁਸੀਂ ਫ੍ਰੀ ਕਰ ਸਕਦੇ ਹੋ ਜੀ। ਹਰ ਕਲਾਇੰਟ ਨੂੰ ਮੈਂ ਐਡਵਾਈਸ ਵੀ ਕਰਦਾ ਹੁੰਦਾ ਵੀ ਤੁਸੀਂ ਜ਼ਰੂਰ ਜਿੰਨੇ ਵੀ ਤੁਹਾਡੇ ਐਕਸਟਰਾ ਪੈਸੇ ਬਣਦੇ ਆ ਤੁਸੀਂ ਉਹਨੂੰ ਪ੍ਰੀ ਪੇ ਜ਼ਰੂਰ ਕਰੋ, ਚਾਹੇ 5,000 ਕਰੋ, ਜ਼ਰੂਰੀ ਨਹੀਂ $1,00,000 ਹੀ ਹੋਏਗਾ ਫੇਰ ਹੀ ਕਰਨਾ ਜੀ। ਉਹਦੀ ਬਿਗੇਸਟ ਐਡਵਾਂਟੇਜ ਇਹ ਹੈ ਕਿ ਉਹ ਤੁਹਾਡਾ ਟੋਟਲ 5,000 ਪ੍ਰਿੰਸੀਪਲ ਦੇ ਵਿੱਚੋਂ ਸਟ੍ਰੇਟ ਡਾਊਨ ਜਾ ਰਿਹਾ, ਤੇ ਉਹਦੇ ਨਾਲ ਕੀ ਹੋ ਰਿਹਾ ਕਿ ਜੇ ਤੁਸੀਂ 25 ਸਾਲਾਂ ਦੀ ਮੌਰਗੇਜ ਲਈ ਹੈ ਤਾਂ ਹੁਣ ਜੇ ਤੁਸੀਂ ਈਵਨ 10,000 ਕਰਕੇ ਵੀ ਕਰਦੇ ਹੋ ਤਾਂ ਉਹ ਤੁਹਾਡੀ 5 ਸਾਲਾਂ ਬਾਅਦ ਹੋ ਸਕਦਾ ਉਹ 15 ਦੀ ਹੋ ਰਿਹਾ। ਜੇ ਤੁਹਾਡਾ 5-7 ਸਾਲਾਂ ਦਾ ਐਮਰਟਾਈਜੇਸ਼ਨ ਘਟ ਜਾਂਦਾ, ਦੈਟ ਮੀਨਸ ਕਿ ਤੁਸੀਂ ਹੁਣ 5-7 ਸਾਲ ਪਹਿਲਾਂ ਘਰ ਨੂੰ ਫ੍ਰੀ ਕਰ ਸਕਦੇ ਹੋ। ਸੋ ਇਹ ਬਹੁਤ ਵੱਡੀ ਐਡਵਾਂਟੇਜ ਹੈ। ਜਿੱਥੇ ਟੋਟਲ ਲੰਪਸਮ ਜੇ ਆਪਾਂ ਕਹੀਏ ਵੀ ਇਹਨੂੰ ਟੋਟਲ ਪੇ ਆਫ ਕਰ ਦੇਣਾ ਹੈਗਾ, ਉਹ ਪਹਿਲਾਂ ਸਾਨੂੰ ਪਤਾ ਹੋਵੇ, ਅਸੀਂ ਉਸ ਤਰੀਕੇ ਨਾਲ ਸਕੇਜੂਲ ਕਰ ਸਕਦੇ ਹਾਂ ਵੀ ਬੰਦੇ ਨੇ 1 ਸਾਲ ਚ ਪੇ ਕਰਨਾ ਹੈ, 2 ਦੇ ਵਿੱਚ ਕਰਨੀ ਹੈ ਮੌਰਗੇਜ ਲੈਣ ਵੇਲੇ, ਮਤਲਬ when he is taking a mortgage ਉਸ ਵੇਲੇ ਉਹਦਾ ਪਲਾਨ ਕੀ ਹੈ, ਉਸ ਹਿਸਾਬ ਦੇ ਨਾਲ ਤੁਸੀਂ ਉਸ ਨੂੰ ਟੇਲਰ ਮੇਡ ਕਰ ਸਕਦੇ ਹੋ। ਬਿਲਕੁਲ ਟੇਲਰ ਮੇਡ ਹੁੰਦਾ। ਤੇ ਜਿਹੜੇ ਹੁਣ ਜੇ ਅਸੀਂ 5 ਸਾਲਾਂ ਦੀ ਮੋਸਟਲੀ ਕੀ ਹੁੰਦਾ, ਪੀਪਲ ਆਰ ਕਮਿੰਗ ਫॉर ਅ 5 ਈਅਰ ਟਰਮਸ, ਕਿਉਂਕਿ 5 ਈਅਰ ਤੇ ਬੈਸਟ ਡਿਸਕਾਊਂਟਡ ਆਪਸ਼ਨਸ ਮਿਲ ਰਹੀਆਂ ਨੇ ਜੀ। ਹੁਣ ਉਹੀ ਕਲਾਇੰਟ ਜੇ ਕਹਿੰਦੇ ਆ ਜੀ 3 ਸਾਲ ਬਾਅਦ ਜਾਂ 2 ਸਾਲ ਬਾਅਦ ਜਾਂ 4 ਸਾਲ ਬਾਅਦ ਅਸੀਂ ਜੀ ਘਰ ਸੈਲ ਕਰਤਾ, ਟੋਟਲ ਪੇ ਆਫ ਜਾਂ ਸਾਡੇ ਹੋਰ ਕਿਤੋਂ ਪੈਸੇ ਆ ਗਏ, ਅਦਰ ਪ੍ਰਾਪਰਟੀ ਵੀ ਹੈਵ ਸੋਲਡ ਐਂਡ ਵੀ ਵਾਂਟ ਟੂ ਪੇ ਆਫ ਦ ਮੌਰਗੇਜ ਕੰਪਲੀਟਲੀ, ਉਹਦੇ 'ਚ ਜਿਹੜੇ ਸਟੈਂਡਰਡ ਪੈਨਲਟੀ ਕਲੌਜ਼ ਹੈਗੇ ਆ ਉਹ 3 months interest penalty or interest differential for rest of the term, and ਪਿੱਛੇ ਕੋਮਾ ਲਾ ਕੇ ਲਿਖਿਆ ਹੁੰਦਾ whichever is higher। ਤਾਂ ਹਾਇਰ ਤਾਂ ਦੂਸਰਾ 3 month ਵਾਲਾ ਤਾਂ ਨਹੀਂ ਹੋਣਾ, ਦੂਜਾ ਹੀ ਹੋਣਾ ਫਿਰ। ਉਹ ਮੋਸਟਲੀ ਦੂਸਰਾ ਹੁੰਦਾ। ਹਾਂ, ਸੋ ਇਹ ਜਿਹੜੇ ਜੇ ਆਪਾਂ ਕਰੀਏ ਵੀ ਸਾਨੂੰ ਪਹਿਲਾਂ ਨਹੀਂ ਦੱਸਿਆ ਜਾਂਦਾ ਤੇ ਇੱਕਦਮ ਬੰਦਾ ਜਾ ਕੇ ਘਰ ਸੈਲ ਕਰ ਦਿੰਦਾ ਜਾਂ ਕੁਝ ਕਰ ਦਿੰਦਾ,
ਫਿਰ ਉਹ ਇਟ ਇਜ਼ देयर ਲੱਕ। ਯਾ ਐਂਡ ਆਈ ਆਲਵੇਜ਼ ਟੈਲ ਮਾਈ ਵਿਊਅਰਸ, ਸਾਰਿਆਂ ਨੂੰ, ਲਿਸਨਰਸ ਨੂੰ, ਸਾਰਿਆਂ ਨੂੰ ਮੈਂ ਕਹਿੰਦਾ, ਮੇਰੇ ਕਲਾਇੰਟਸ ਨੂੰ ਮੈਂ ਕਹਿੰਦਾ, ਕਦੀ ਵੀ ਤੁਸੀਂ ਘਰ ਲਿਸਟ ਕਰਨਾ ਹੈ, ਹਮੇਸ਼ਾ ਲਿਸਟਿੰਗ ਏਜੰਟ ਨਾਲ ਅਪਾਇੰਟਮੈਂਟ ਬਣਾਉਣ ਤੋਂ ਵੀ ਪਹਿਲਾਂ ਆਪਣੇ ਬੈਂਕਰ ਨੂੰ ਕਾਲ ਕਰੋ, ਉਹਨੂੰ ਪੁੱਛੋ ਵੀ ਸਾਡੀ ਐਗਜ਼ੈਕਟ ਪੈਨਲਟੀ ਕੀ ਹੈ। ਨਾ ਹੀ ਬ੍ਰੋਕਰ ਨੂੰ, ਨਾ ਹੀ ਕਿਸੇ ਮਤਲਬ ਹੋਰ ਬੰਦੇ ਨੂੰ, ਡਾਇਰੈਕਟ ਮਾਰਗੇਜ ਹੈਡ ਆਫਿਸ ਦੇ ਵਿੱਚੋਂ ਜਿੱਥੋਂ ਵੀ ਹੈਗੀ ਆ ਮਾਰਗੇਜ ਨੰਬਰ ਦੇ ਕੇ ਬਕਾਇਦਾ ਉਹਨਾਂ ਦੇ ਜਿਹੜੇ ਵੀ ਬੰਦੇ ਨਾਲ ਗੱਲ ਹੁੰਦੀ ਹੈ ਉਹਨਾਂ ਦਾ ਨੰਬਰ ਲਿਖੋ, ਨਾਮ ਲਿਖੋ, ਉਹਨਾਂ ਦਾ ਲਿਖੋ ਵੀ ਮੈਂ ਕੇਸ ਟਾਈਮ ਤੇ ਕਿੰਨੀ ਪੈਨਲਟੀ ਉਹਨਾਂ ਨੇ ਪ੍ਰੋਪਰ ਦੱਸੀ ਸੀ। ਆਈ ਹੈਵ ਸੀਨ ਵੈਰੀ ਬਿਗਰ ਇਸ਼ੂਜ਼, ਜਦੋਂ ਕੀ ਹੁੰਦਾ ਕਿ ਕਲਾਇੰਟ ਨੇ ਘਰ ਲਿਆ 2 ਸਾਲਾਂ ਬਾਅਦ ਕਹਿੰਦੇ ਜੀ ਮੇਰੇ ਤੋਂ ਅਫੋਰਡ ਨਹੀਂ ਹੋ ਰਿਹਾ, ਮੈਂ ਸੈਲ ਕਰਤਾ। 3 ਸਾਲਾਂ ਦੀ ਟਰਮ ਪਈ ਹੈ, 3 ਸਾਲਾਂ ਦਾ ਇੰਟਰਸਟ ਉਹਨਾਂ ਨੂੰ 35,000 ਪੈ ਗਿਆ ਪੈਨਲਟੀ। ਹੁਣ ਉਹ ਲੈਂਡਰ ਨੇ ਤਾਂ ਮਤਲਬ ਦੇ ਡੋਂਟ ਹੈਵ ਐਨੀ ਫੀਲਿੰਗਸ, ਉਹ ਤਾਂ ਦੇ ਗੋ ਬਾਏ ਦਾ ਸਿਸਟਮ ਵੀ ਆ ਸਾਡਾ ਸਿਸਟਮ ਕਹਿੰਦਾ 35,000, ਉਹਨਾਂ ਨੇ ਲਾਇਰ ਨੂੰ 35,000 ਦਾ ਬਣਾ ਕੇ ਭੇਜ ਦਿੱਤਾ ਚਿੱਠਾ ਵੀ ਸਾਨੂੰ ਆਹ ਪੈਨਲਟੀ ਦੇ ਦਿਓ। ਹੁਣ ਕਈ ਵਾਰ ਕਲਾਇੰਟਸ ਵਿਚਾਰਿਆਂ ਕੋਲ ਪੈਸੇ ਹੀ ਨਹੀਂ ਹੁੰਦੇ ਕਿ ਉਹ ਪੱਲਿਓਂ ਪੈਸੇ ਦੇ ਕੇ ਆਪਣਾ ਘਰ ਸੈਲ ਕਰ ਰਹੇ ਹੁੰਦੇ ਆ, ਕਿਉਂਕਿ ਨਾਓ ਦੇ ਆਰ ਇਨ ਦ ਸਿਚੁਏਸ਼ਨ ਵੈਨ they cannot back out from their sale। ਉਹ ਵੀ ਫਰਮ ਹੋਈ ਹੈ, ਡਿਪੋਜ਼ਿਟ ਲਏ ਹੋਏ ਆ। ਇਹਦੇ 'ਚ ਖਾਸ ਕਰਕੇ ਜਿਹੜੇ ਰੀਅਲ ਸਟੇਟ ਵੀਰ ਵੀ ਹੈਗੇ ਆ ਉਹਨਾਂ ਨੂੰ ਵੀ ਮੈਂ ਦੱਸਣਾ ਚਾਹਾਂਗਾ, ਜਿਹੜੇ ਪ੍ਰੋਫੈਸ਼ਨਲ ਜਾਂ ਸਾਰੇ ਪ੍ਰੋਫੈਸ਼ਨਲ ਹੋਣੇ ਚਾਹੀਦੇ ਮੇਰੇ ਹਿਸਾਬ ਨਾਲ, ਬਟ ਉਹਨਾਂ ਨੂੰ ਜ਼ਰੂਰ ਜਿਹੜਾ ਵੀ ਬੰਦਾ ਲਿਸਟਿੰਗ ਕਰਦਾ ਉਹਨੂੰ ਪਹਿਲਾਂ ਉਹਨਾਂ ਤੋਂ ਮਾਰਗੇਜ ਦੇ ਜਿਹੜੇ ਉਹਨਾਂ ਦੀ ਡਿਸਚਾਰਜ ਸਟੇਟਮੈਂਟ ਵਗੈਰਾ ਜਾਂ ਇਨਫੋਰਮੇਸ਼ਨ ਸ਼ੀਟ ਭਰਾ ਕੇ, ਚਾਹੇ ਉਹ ਆਪ ਕਰਨ ਡਾਇਰੈਕਟਲੀ, ਚਾਹੇ ਕਲਾਇੰਟ ਨੂੰ ਕਹਿਣ ਜੀ ਇੱਕ ਵਾਰ ਮਾਰਗੇਜ ਦਾ ਜ਼ਰੂਰ ਪੁੱਛ ਲਓ, ਬਿਕਾਜ਼ ਉਹਨਾਂ ਦਾ ਵੀ ਟਾਈਮ ਸੇਵਿੰਗ ਹੈ। ਇਹ ਨਾ ਹੋਵੇ ਕਿ ਬਾਅਦ ਸਾਰਾ ਕੁਝ ਕਰਦੇ ਉਹ ਗੱਲ ਥਰੂ ਹੀ ਨਾ ਹੋਵੇ। ਇਸ ਟਾਈਮ ਸੇਵਿੰਗ ਫॉर ਰੀਅਲ ਏਜੰਟਸ ਆਲਸੋ, ਉਹ ਜ਼ਰੂਰ ਚਾਹੀਦਾ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਖਾਸ ਤੌਰ ਤੇ ਅੱਜ ਕੱਲ੍ਹ ਇੱਕ ਖਾਸ ਵਿਸ਼ੇ ਤੇ ਅੱਜ ਆਪਾਂ ਗੱਲਬਾਤ ਕੀਤੀ ਹੈ ਕਿ ਜ਼ਿਆਦਾਤਰ ਲੋਕ ਕਾਫੀ ਸੁਣਨ ਵਿੱਚ ਵੀ ਆਇਆ ਕਿ 2-3 ਬੈਂਕਾਂ ਕੋਲ ਚੱਲ ਜਾਂਦੇ ਨੇ, ਸੋ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ। ਅਖੀਰ ਤੇ ਕੀ ਕਹਿਣਾ ਚਾਹੋਗੇ? ਅਖੀਰ ਤੇ ਸ਼ਰਨਜੀਤ ਇਹੀ ਦੱਸਣਾ ਚਾਹਾਂਗਾ ਸਾਰਿਆਂ ਨੂੰ ਵੀ ਕੋਈ ਵੀ ਮਾਰਗੇਜ ਸੰਬੰਧੀ ਸਵਾਲ ਹੁੰਦਾ ਤੇ ਹਮੇਸ਼ਾ ਹੀ ਤੁਹਾਨੂੰ ਪ੍ਰੋਫੈਸ਼ਨਲ ਤੇ ਓਨੈਸਟ ਉਹਦੇ ਜਵਾਬ ਮਿਲਣਗੇ, ਉਹਦਾ ਆਨਸਰ ਮਿਲੇਗਾ। ਵੀ ਵੁੱਡ ਪੁੱਟ ਆਲ ਆਰ ਐਫਰਟਸ, ਸਾਰੇ ਐਫਰਟਸ ਲਾ ਕੇ ਤੁਹਾਡੀ ਬੈਸਟ ਮਾਰਗੇਜ ਤੁਹਾਨੂੰ ਲੈ ਕੇ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਦੱਸਣਾ ਚਾਹਾਂਗਾ ਸ਼ਰਨਜੀਤ ਜੀ ਵੀ ਸਾਡਾ ਰਿਟੇਨਰ ਰੇਟ ਜਿਹੜਾ ਕਲਾਇੰਟਸ ਦਾ ਹੈਗਾ, ਜਿਹੜੇ ਸਾਡੇ ਨਾਲ ਅੱਜ ਤੋਂ 12 ਸਾਲ ਪਹਿਲਾਂ ਜੁੜੇ ਸੀ ਕਲਾਇੰਟ, ਉਹਨਾਂ 'ਚ ਵੀ 90-95% ਸਾਡੇ ਨਾਲ ਅੱਜ ਵੀ ਜੁੜੇ ਹੋਏ ਆ, ਉਹਨਾਂ ਦੇ ਰਿਲੇਟਿਵਸ ਵੀ ਜੁੜੇ ਹੋਏ ਆ। ਸਾਡਾ ਜਿਹੜਾ ਸਰਵਿਸ ਕਰਨ ਦਾ ਤਰੀਕਾ ਹੈਗਾ, ਦੈਟ ਇਜ਼ ਐਵਰੀਥਿੰਗ ਐਕਚੁਅਲੀ। ਮਤਲਬ ਸਾਡਾ ਇਟਸ ਨਾਟ ਅਬਾਊਟ ਜਸਟ ਵਨ ਦਾ ਬੈਸਟ ਰੇਟ। ਸਾਡਾ ਗੋਲ ਹੁੰਦਾ ਕਿ ਅਸੀਂ ਇੰਨੀ ਅੱਛੀ ਸਰਵਿਸ ਦੇ ਸਕੀਏ, ਇੰਨੇ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰੀਏ, ਤੇ ਹਮੇਸ਼ਾ ਅਸੀਂ ਕਲਾਇੰਟ ਲਈ ਹੀ ਕੰਮ ਕਰੀਦਾ। ਹਰ ਟਾਈਮ ਜਦੋਂ ਵੀ ਮਾਰਗੇਜ ਕਲਾਇੰਟ ਲੈਣ ਆਉਂਦੇ ਆ ਸਾਡੇ ਕੋਲੇ, ਅਸੀਂ ਕਲਾਇੰਟ ਪੱਖੀ ਗੱਲ ਕਰੀਦੀ ਹੈ। ਇਹ ਨਹੀਂ ਵੇਖੀਦਾ ਕਿ ਅਸੀਂ ਕੀ ਬਣਾਉਣਾ ਇਹਦੇ ਚੋਂ ਜਾਂ ਲੈਂਡਰ ਨੇ ਕੀ ਬਣਾਉਣਾ। ਵੀ ਆਲਵੇਜ਼ ਰਿਪਰੈਜ਼ੈਂਟ ਆਰ ਕਲਾਇੰਟਸ। ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ ਜੀ। ਉਮੀਦ ਕਰਦੇ ਹਾਂ ਸਾਡੀ ਗੱਲਬਾਤ ਆਪ ਜੀ ਨੂੰ ਪਸੰਦ ਆਈ ਹੋਵੇਗੀ। ਹਮੇਸ਼ਾ ਦੀ ਤਰ੍ਹਾਂ ਤੁਹਾਡਾ ਕੋਈ ਸਵਾਲ ਹੋਵੇ, ਅਸੀਂ ਜ਼ਰੂਰ ਚਾਹਾਂਗੇ ਕਿ ਤੁਸੀਂ ਢਿੱਲੋਂ ਸਾਹਿਬ ਨੂੰ ਕਾਲ ਕਰੋ। ਸਲਾਹ ਮਸ਼ਵਰਾ ਬਿਲਕੁਲ ਫ੍ਰੀ। ਇੱਥੇ ਸਮਾਪਤੀ ਕਰਦੇ ਹਾਂ। ਧੰਨਵਾਦ।